ਜੇ ਤੁਸੀਂ ਜ਼ਿੰਦਗੀ ਵਿੱਚ ਬਹੁਤ ਜਲਦੀ ਪਰੇਸ਼ਾਨ ਹੁੰਦੇ ਹੋ, ਦੁਖੀ ਹੁੰਦੇ ਹੋ, ਤਾਂ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਸੋਹਣੀ ਜਿਹੀ ਸਟੋਰੀ ਸ਼ੇਅਰ ਕਰਨਾ ਚਾਹੁੰਦੀ ਹਾਂ। ਇਹ ਸਟੋਰੀ ਨੂੰ ਸੁਣ ਕੇ ਤੁਸੀਂ ਗੁੱਸਾ ਕਰਨਾ ਛੱਡ ਦਿਓਗੇ, ਕਿਸੇ ਨਾਲ ਨਫ਼ਰਤ ਕਰਨੀ ਛੱਡ ਦਿਓਗੇ, ਤੁਹਾਡੀ ਜ਼ਿੰਦਗੀ ਵਿੱਚ ਸੱਚੀ ਹੀ ਬਦਲਾਅ ਆਵੇਗਾ। ਇਸ ਲਈ ਸਟੋਰੀ ਨੂੰ ਅਖੀਰ ਤੱਕ ਜ਼ਰੂਰ ਸੁਣਨਾ। ਇੱਕ ਵਾਰ ਇੱਕ ਬੱਚਾ ਇੱਕ ਗਰੀਬ ਜਿਹੇ ਪਰਿਵਾਰ ਵਿੱਚ ਜਨਮ ਲੈਂਦਾ ਹੈ। ਗਰੀਬੀ ਕਰਕੇ ਉਸਨੂੰ ਪੜ੍ਹਾਇਆ ਨਹੀਂ ਜਾਂਦਾ ਤੇ ਛੋਟੀ ਉਮਰ ਵਿੱਚ ਹੀ ਉਸਨੂੰ ਕੰਮ ਤੇ ਲਾ ਦਿੱਤਾ ਜਾਂਦਾ ਹੈ। ਉਸਦੀ ਸਾਰੀ ਜ਼ਿੰਦਗੀ ਜ਼ਿੰਮੇਵਾਰੀਆਂ ਸੰਭਾਲਦੇ ਹੀ ਲੰਘ ਜਾਂਦੀ ਹੈ। ਉਸਦੇ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਵੀ ਉਸੇ ਉੱਤੇ ਹੀ ਆ ਜਾਂਦੀ ਹੈ ਤੇ ਉਹ ਸੋਚਦਾ ਹੈ ਕਿ ਸਾਰੀ ਜ਼ਿੰਦਗੀ ਮੇਰੇ ਤੇ ਤਾਂ ਬੋਝ ਹੀ ਪਿਆ ਹੋਇਆ ਹੈ। ਉਹ ਇਦਾਂ ਹੀ ਵੱਡਾ ਹੁੰਦਾ ਜਾਂਦਾ ਹੈ, ਆਪਣੇ ਕੰਮ ਕਰਦਾ ਜਾਂਦਾ ਹੈ, ਪਰ ਕਿਸੇ ਵੀ ਕੰਮ ਵਿੱਚ ਕਦੇ ਕਾਮਯਾਬ ਨਹੀਂ ਹੁੰਦਾ। ਉਹ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਤਾਂ ਉਹ ਆਪਣੇ ਮਾਂ-ਬਾਪ ਨੂੰ ਇਸ ਦੇ ਲਈ ਕਸੂਰਵਾਰ ਠਹਿਰਾਉਂਦਾ ਹੈ, ਉਹਨਾਂ ਨਾਲ ਨਫ਼ਰਤ ਕਰਦਾ ਹੈ, ਕਹਿੰਦਾ ਹੈ ਕਿ ਤੁਸੀਂ ਮੇਰੇ ਲਈ ਕੁਝ ਨਹੀਂ ਕੀਤਾ। ਉਹ ਵੱਡਾ ਹੁੰਦਾ ਤਾਂ ਉਹਦਾ ਵਿਆਹ ਕਰ ਦਿੱਤਾ ਜਾਂਦਾ ਹੈ, ਉਸਦੇ ਬੱਚੇ ਹੁੰਦੇ, ਪਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸੁੱਖ ਨਹੀਂ ਹਾਸਲ ਹੁੰਦਾ। ਉਹ ਸੋਚਦਾ ਹੈ ਕਿ ਮੇਰੇ ਦੁੱਖਾਂ ਦਾ ਕਾਰਨ ਤਾਂ ਇਹੀ ਹਨ, ਇਹਨਾਂ ਨੇ ਮੈਨੂੰ ਕੁਝ ਵੀ ਨਹੀਂ ਕਰਨ ਦਿੱਤਾ, ਇਹ ਸਾਰੀ ਜ਼ਿੰਦਗੀ ਮੇਰੇ ਤੇ ਜ਼ਿੰਮੇਵਾਰੀਆਂ ਹੀ ਪਾਉਂਦੇ ਰਹੇ ਹਨ ਅਤੇ ਇਹ ਬੱਚੇ ਵੀ ਮੇਰੇ ਲਾਇਕ ਨਹੀਂ ਹਨ। ਉਹ ਜਿਵੇਂ ਜਿਵੇਂ ਵੱਡਾ ਹੋ ਰਿਹਾ ਸੀ, ਉਹਦਾ ਸੁਭਾਅ ਹੋਰ ਚਿੜਚਿੜਾ ਹੋ ਰਿਹਾ ਸੀ ਅਤੇ ਉਹ ਆਪਣੇ ਦੁੱਖਾਂ ਦਾ ਕਾਰਨ ਕਿਸੇ ਹੋਰ ਨੂੰ ਮੰਨਦਾ ਸੀ ਤੇ ਉਹਨਾਂ ਨਾਲ ਨਫ਼ਰਤ ਕਰਦਾ ਸੀ। ਉਹ ਜਿੱਥੇ ਵੀ ਜਾਂਦਾ ਸੀ ਉਹ ਆਪਣਾ ਹੀ ਰੋਣਾ ਰੋਂਦਾ ਰਹਿੰਦਾ ਸੀ। ਉਹਦੇ ਆਲੇ ਦੁਆਲੇ ਦੇ ਲੋਕ ਵੀ ਉਹਨੂੰ ਜ਼ਿਆਦਾ ਪਸੰਦ ਨਹੀਂ ਸੀ ਕਰਦੇ, ਕਿਉਂਕਿ ਉਹ ਹਮੇਸ਼ਾ ਇਹੀ ਕਹਿੰਦਾ ਸੀ ਕਿ ਮੇਰੇ ਦੁੱਖਾਂ ਦਾ ਕਾਰਨ ਮੇਰੇ ਮਾਂ-ਬਾਪ ਹਨ, ਮੇਰਾ ਪਰਿਵਾਰ ਹੈ ਜਾਂ ਮੇਰੇ ਦੋਸਤ ਹਨ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਵਿੱਚ ਕਦੇ ਕੁਝ ਕਰਨ ਹੀ ਨਹੀਂ ਦਿੱਤਾ। ਇਸੇ ਤਰ੍ਹਾਂ ਉਸਦੀ ਜ਼ਿੰਦਗੀ ਚੱਲਦੀ ਜਾਂਦੀ ਹੈ। ਉਸਦੇ ਬੱਚੇ ਆਪਣੇ ਕੰਮਕਾਰਾਂ ਵਿੱਚ ਲੱਗ ਜਾਂਦੇ ਹਨ, ਉਸ ਨੂੰ ਘਰ ਵਿੱਚ ਕੋਈ ਵੀ ਇੰਨੀ ਮਾਣ ਔਰ ਇੱਜ਼ਤ ਨਹੀਂ ਮਿਲਦੀ। ਉਹ ਜ਼ਿੰਦਗੀ ਵਿੱਚ ਬੜਾ ਪਰੇਸ਼ਾਨ ਹੁੰਦਾ ਹੈ, ਅੱਗੇ ਵਧਣਾ ਚਾਹੁੰਦਾ ਹੈ, ਪਰ ਉਹ ਕੁਝ ਕਰ ਹੀ ਨਹੀਂ ਪਾਉਂਦਾ। ਉਹਦੇ ਅੱਗੇ ਦੁੱਖਾਂ ਦਾ ਪਹਾੜ ਹੀ ਤੁਰਿਆ ਆਉਂਦਾ ਹੈ। ਤਾਂ ਇੱਕ ਦਿਨ ਆਪਣੀ ਜ਼ਿੰਦਗੀ ਤੋਂ ਇੰਨਾ ਨਿਰਾਸ਼ ਹੁੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਆਪਣਾ ਘਰ-ਬਾਰ ਛੱਡ ਕੇ ਕਿਤੇ ਚਲਾ ਜਾਵਾਂਗਾ। ਉਹ ਆਪਣਾ ਘਰ-ਬਾਰ ਛੱਡਦਾ ਹੈ ਤੇ ਜੰਗਲਾਂ ਵਿੱਚ ਚਲਾ ਜਾਂਦਾ ਹੈ। ਉਹ ਕਹਿੰਦਾ ਹੈ ਕਿ ਇੱਥੇ ਇਕਾਂਤ ਵਿੱਚ ਮੈਨੂੰ ਸ਼ਾਂਤੀ ਮਿਲੇਗੀ, ਮੈਨੂੰ ਕੋਈ ਦੁੱਖ ਦੇਣ ਵਾਲਾ ਨਹੀਂ ਮਿਲੇਗਾ। ਉਹ ਉੱਥੇ ਜਾ ਕੇ ਇੱਕ ਪੇੜ ਦੇ ਹੇਠਾਂ ਬੈਠ ਜਾਂਦਾ ਹੈ ਤੇ 2 ਪਲ ਆਪਣਾ ਧਿਆਨ ਲਗਾਉਂਦਾ ਹੈ ਤੇ ਇੰਨੇ ਵਿੱਚ ਉਹਨੂੰ ਢੋਲਕੀਆਂ, ਚਿਮਟੇ, ਛੈਣਿਆਂ ਦੀ ਆਵਾਜ਼ ਆਉਂਦੀ ਹੈ। ਤਾਂ ਉਹ ਫਿਰ ਪਰੇਸ਼ਾਨ ਹੋ ਉੱਠਦਾ ਹੈ ਕਿ ਮੈਨੂੰ ਦੁਖੀ ਕਰਨ ਵਾਸਤੇ ਫਿਰ ਕੋਈ ਆ ਗਿਆ ਹੈ। ਉਹ ਦੇਖਦਾ ਹੈ ਕਿ ਸਾਧੂਆਂ ਦੀ ਟੋਲੀ ਚੱਲੀ ਆ ਰਹੀ ਹੈ, ਉਹ ਆਪਣਾ ਹੀ ਭਜਨ ਕਰ ਰਹੇ ਹਨ। ਸਾਧੂਆਂ ਦੀ ਟੋਲੀ ਜਦੋਂ ਅੱਗੇ ਆਉਂਦੀ ਹੈ ਤਾਂ ਉਹਨਾਂ ਦਾ ਮਹਾਰਾਜ ਦੇਖਦਾ ਹੈ ਕਿ ਬਾਲਕ ਬੜਾ ਪਰੇਸ਼ਾਨ ਹੈ, ਤਾਂ ਉਹਨਾਂ ਨੂੰ ਪੁੱਛਦਾ ਹੈ ਕਿ ਦੱਸੋ ਬੇਟਾ, ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ? ਤਾਂ ਉਹ ਬੱਚਾ ਬਹੁਤ ਗੁੱਸੇ ਵਿੱਚ ਕਹਿੰਦਾ ਹੈ ਤੇ ਆਪਣਾ ਸਾਰਾ ਰੋਣਾ ਰੋਣ ਲੱਗ ਜਾਂਦਾ ਹੈ ਕਿ ਮੈਨੂੰ ਕਦੇ ਵੀ ਕਾਮਯਾਬੀ ਨਹੀਂ ਮਿਲੀ, ਮੈਨੂੰ ਨਾਕਾਮਯਾਬ ਕਰਨ ਵਾਲੇ ਮੇਰੇ ਮਾਂ-ਬਾਪ ਹਨ, ਮੇਰਾ ਪਰਿਵਾਰ ਹੈ, ਮੇਰੇ ਭੈਣ ਭਰਾ, ਮੈਨੂੰ ਕਿਸੇ ਨੇ ਵੀ ਸਾਥ ਨਹੀਂ ਦਿੱਤਾ, ਮੇਰੇ ਦੋਸਤ, ਸਾਥ ਸੰਬੰਧੀ, ਮੇਰੇ ਨਾਲ ਤਾਂ ਕੋਈ ਵੀ ਨਹੀਂ ਖੜਿਆ। ਉਹ ਸਾਧੂ ਮਹਾਰਾਜ ਉਹਦੀ ਗੱਲ ਨੂੰ ਸੁਣਦੇ ਹਨ ਪਰ ਕੁਝ ਕਹਿੰਦੇ ਨਹੀਂ। ਉਹਨਾਂ ਦੇ ਚਿਹਰੇ ਤੇ ਬੜਾ ਹੀ ਆਨੰਦ ਸੀ, ਬੜਾ ਹੀ ਸਹਿਜ ਅਤੇ ਸੰਤੁਸ਼ਟੀ ਸੀ। ਉਹ ਸਾਧੂ ਮਹਾਰਾਜ ਅੱਗੇ ਵਧਦੇ ਹਨ ਤੇ ਉਹ ਇਨਸਾਨ ਵੀ ਉਹਨਾਂ ਦੇ ਨਾਲ ਹੀ ਚੱਲ ਪੈਂਦਾ ਹੈ। ਉਹ ਜਿਵੇਂ ਜਿਵੇਂ ਅੱਗੇ ਜਾਂਦੇ ਹਨ, ਸਾਧੂ ਮਹਾਰਾਜ ਆਪਣੇ ਹੀ ਆਨੰਦ ਵਿੱਚ ਖੋਏ, ਭਜਨ ਵਿੱਚ ਖੋਏ ਰਹਿੰਦੇ ਹਨ ਤੇ ਉਹ ਥੋੜੀ ਅੱਗੇ ਜਾਂਦੇ ਹਨ ਤੇ ਉਹਨਾਂ ਦਾ ਪੈਰ ਇੱਕ ਨੁਕੀਲੇ ਪੱਥਰ ਦੇ ਨਾਲ ਟਕਰਾਉਂਦਾ ਹੈ ਤੇ ਉਹ ਮਹਾਰਾਜ ਦਾ ਪੂਰਾ ਪੈਰ ਜ਼ਖਮੀ ਹੋ ਜਾਂਦਾ ਹੈ। ਇੰਨਾ ਖੂਨ ਵਹਿੰਦਾ ਹੈ ਕਿ ਉਹਨਾਂ ਕੋਲ ਖੜਿਆ ਵੀ ਨਹੀਂ ਜਾਂਦਾ। ਉਹ ਮਹਾਰਾਜ ਉੱਥੇ ਹੀ ਬੈਠ ਜਾਂਦੇ ਹਨ ਤੇ ਉਸ ਪੱਥਰ ਦਾ ਸ਼ੁਕਰੀਆ ਅਦਾ ਕਰਨ ਲੱਗਦੇ ਹਨ, ਉਹਨੂੰ ਮੱਥਾ ਟੇਕਣ ਲੱਗਦੇ ਹਨ। ਜਿਹੜਾ ਇਨਸਾਨ ਉਹਨਾਂ ਦੇ ਨਾਲ ਚੱਲ ਰਿਹਾ ਸੀ, ਉਹਨੂੰ ਦੇਖ ਕੇ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਗੁੱਸੇ ਵਿੱਚ ਉਹ ਪੱਥਰ ਨੂੰ ਚੁੱਕ ਕੇ ਪਰਾਂ ਸੁੱਟਦਾ ਹੈ ਤੇ ਕਹਿੰਦਾ ਹੈ ਕਿ ਇਹਨੂੰ ਮੱਥਾ ਟੇਕਣ ਦੀ, ਇਹਦਾ ਸ਼ੁਕਰੀਆ ਅਦਾ ਕਰਨ ਦੀ, ਇਹਨੂੰ ਧੰਨਵਾਦ ਕਰਨ ਦੀ ਕੀ ਜ਼ਰੂਰਤ ਹੈ? ਇਹਨੇ ਤਾਂ ਤੁਹਾਡਾ ਪੂਰਾ ਪੈਰ ਹੀ ਜ਼ਖਮੀ ਕਰ ਦਿੱਤਾ ਹੈ। ਤਾਂ ਮਹਾਰਾਜ ਕਹਿੰਦੇ ਹਨ, ਇਹ ਪੱਥਰ ਮੈਨੂੰ ਦੁੱਖ ਦੇਣ ਵਾਲਾ ਕੌਣ ਹੁੰਦਾ ਹੈ? ਇਹ ਤਾਂ ਮੇਰੇ ਹੀ ਕੀਤੇ ਕਿਸੇ ਪਿਛਲੇ ਕਰਮ ਦੀ ਸਜ਼ਾ ਹੈ। ਸ਼ੁਕਰ ਹੈ ਪਰਮਾਤਮਾ ਦਾ, ਥੋੜੇ ਵਿੱਚ ਨਿਬੜ ਗਿਆ, ਤੂੰ ਇਹਨੂੰ ਵਧਾ ਨਾ। ਤਾਂ ਉਹ ਇਨਸਾਨ ਸੁਣ ਕੇ ਬੜਾ ਹੈਰਾਨ ਹੁੰਦਾ ਹੈ। ਤਾਂ ਮਹਾਰਾਜ ਕਹਿੰਦੇ ਹਨ ਕਿ ਇਨਸਾਨ ਦੇ ਹੱਥ ਕੁਝ ਵੀ ਨਹੀਂ, ਜੋ ਕੁਝ ਵੀ ਕਰਦਾ ਹੈ ਉਹ ਪਰਮਾਤਮਾ ਹੀ ਕਰਦਾ ਹੈ। ਕੋਈ ਸਾਧੂ, ਫਕੀਰ, ਮਹਾਤਮਾ, ਪਿਤੰਬਰ ਕੋਈ ਤੇਰੇ ਕਰਮਾਂ ਨੂੰ ਦੱਸ ਤਾਂ ਸਕਦਾ ਹੈ ਪਰ ਉਹ ਤੇਰੇ ਕਰਮ ਬਦਲ ਨਹੀਂ ਸਕਦਾ। ਇੱਕ ਮਾਂ ਤੈਨੂੰ ਜਨਮ ਤਾਂ ਦੇ ਸਕਦੀ ਹੈ, ਤੇਰੇ ਦੁੱਖਾਂ ਨੂੰ ਸੁਣ ਤਾਂ ਸਕਦੀ ਹੈ, ਤੇਰੇ ਦੁੱਖਾਂ ਵਿੱਚ ਦੁਖੀ ਤਾਂ ਹੋ ਸਕਦੀ ਹੈ, ਪਰ ਉਹ ਤੇਰੇ ਦੁੱਖਾਂ ਨੂੰ ਵੰਡਾ ਨਹੀਂ ਸਕਦੀ। ਤੇਰਾ ਕੋਈ ਭੈਣ ਭਰਾ ਤੇਰੇ ਦੁੱਖ ਨੂੰ ਸੁਣ ਸਕਦਾ ਹੈ, ਤੇਰਾ ਰਿਸ਼ਤੇਦਾਰ, ਤੇਰਾ ਕੋਈ ਸਾਕ ਸੰਬੰਧੀ ਤੇਰੇ ਦੁੱਖ ਵਿੱਚ 2 ਘੜੀਆਂ ਦੁਖੀ ਤਾਂ ਹੋ ਸਕਦਾ ਹੈ, ਪਰ ਨਾ ਤੇ ਉਹ ਉਸ ਦੁੱਖ ਨੂੰ ਵਧਾ ਸਕਦਾ ਹੈ ਤੇ ਨਾ ਹੀ ਉਸ ਨੂੰ ਘਟਾ ਸਕਦਾ ਹੈ। ਇਸ ਲਈ ਸਾਨੂੰ ਜ਼ਿੰਦਗੀ ਵਿੱਚ ਨਫ਼ਰਤ ਕਰਨ ਦਾ ਕੀ ਫਾਇਦਾ?
ਉਹ ਮਹਾਰਾਜ ਕਹਿੰਦੇ ਹਨ ਕਿ ਨਾ ਹੀ ਤਾਂ ਸਾਨੂੰ ਕੋਈ ਦੁੱਖ ਦੇ ਸਕਦਾ ਹੈ, ਨਾ ਹੀ ਕੋਈ ਸਾਡੇ ਦੁੱਖਾਂ ਦਾ ਕਾਰਨ ਬਣ ਸਕਦਾ ਹੈ। ਜਿਹੜਾ ਤੇਰਾ ਕੰਮ, ਜਿਹੜਾ ਤੇਰਾ ਕਰਮ ਅੱਜ ਕਿਸੇ ਨੂੰ ਹਾਨੀ ਪਹੁੰਚਾ ਰਿਹਾ ਹੈ, ਉਸ ਦੇ ਨਾਲ ਤੈਨੂੰ ਹਾਨੀ ਪਹੁੰਚੇਗੀ। ਭਾਵੇਂ ਉਹ ਸਰੀਰਕ ਹਾਨੀ ਹੋਵੇ, ਭਾਵੇਂ ਉਹ ਮਾਨਸਿਕ ਦੁੱਖ ਹੋਵੇ, ਉਹ ਤੈਨੂੰ ਵਾਪਸ ਮਿਲੇਗਾ। ਅੱਜ ਜਿਹੜੇ ਬੋਲਾਂ ਨਾਲ ਤੂੰ ਕਿਸੇ ਨੂੰ ਪਰੇਸ਼ਾਨ ਕਰ ਰਿਹਾ ਹੈ, ਉਹ ਬੋਲ ਤੈਨੂੰ ਵਾਪਸ ਮਿਲਣਗੇ। ਅੱਜ ਅਗਰ ਤੂੰ ਕਿਸੇ ਦੀ ਇੱਜ਼ਤ ਉਤਾਰ ਰਿਹਾ ਹੈ ਤੇ ਕੱਲ ਤੇਰੀ ਇੱਜ਼ਤ ਆਪਣੇ ਆਪ ਹੀ ਉਤਰ ਜਾਏਗੀ। ਇਹ ਪਰਮਾਤਮਾ ਦਾ ਨਿਯਮ ਹੈ ਕਿ ਜਿਹੜਾ ਕਰਮ ਅਸੀਂ ਕਰਦੇ ਹਾਂ, ਸਮਾਂ ਪਾ ਕੇ ਉਸ ਦਾ ਫਲ ਮਿਲਦਾ ਹੈ। ਭਾਵੇਂ ਸਾਨੂੰ ਯਾਦ ਨਹੀਂ ਹੁੰਦਾ ਕਿ ਅੱਜ ਇਹ ਦੁੱਖ ਸਾਡੇ ਤੇ ਆਇਆ ਹੈ ਤੇ ਇਹ ਕਿਹੜੇ ਕਰਮ ਦੀ ਸਜ਼ਾ ਹੈ, ਪਰ ਇਸ ਦੇ ਲਈ ਅਸੀਂ ਸਮਾਜ ਨੂੰ, ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਂ ਇਸ ਦਾ ਕਾਰਨ ਲੱਭਦੇ ਹਾਂ ਕਿ ਇਹਦੇ ਕਰਕੇ ਅਸੀਂ ਦੁਖੀ ਹਾਂ, ਲੋਕਾਂ ਨਾਲ ਨਫ਼ਰਤ ਕਰਦੇ ਹਾਂ, ਉਹਨਾਂ ਨੂੰ ਬੋਲ ਕਬੋਲ ਬੋਲਦੇ। ਇਸ ਲਈ ਮੈਂ ਪਰਮਾਤਮਾ ਦਾ ਸ਼ੁਕਰ ਕਰ ਰਿਹਾ ਹਾਂ ਕਿ ਉਹਨਾਂ ਨੇ ਮੇਰੇ ਕੋਈ ਪੁਰਾਣੇ ਕਰਮ ਨੂੰ ਇੱਕ ਥੋੜੀ ਜਿਹੀ ਚੋਟ ਦੇ ਨਾਲ ਹੀ ਕੱਟ ਦਿੱਤਾ ਹੈ। ਪਰਮਾਤਮਾ ਜਾਤ ਪਾਤ, ਰੂਪ, ਰੰਗ, ਸਟੇਟਸ, ਕੋਈ ਬੈਂਕ ਬੈਲੈਂਸ, ਕੋਈ ਪ੍ਰਾਪਰਟੀ ਨਹੀਂ ਦੇਖਦਾ, ਪਰ ਸਾਡੇ ਕਰਮ ਦੇਖਦਾ ਹੈ। ਉਸ ਦੇ ਹਿਸਾਬ ਨਾਲ ਹੀ ਸਾਨੂੰ ਜੀਵਨ ਮਿਲਦਾ ਹੈ। ਇਸ ਲਈ ਸਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ। ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ, ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਸੇ ਨੂੰ ਕੋਸਣਾ ਨਹੀਂ ਚਾਹੀਦਾ। ਜੋ ਕੁਝ ਵੀ ਹੋ ਰਿਹਾ ਉਹ ਪਰਮਾਤਮਾ ਦੀ ਰਜ਼ਾ ਵਿੱਚ ਹੈ। ਉਸ ਡਾਢੇ ਤੋਂ ਡਰ ਕੇ ਸਾਨੂੰ ਅੱਜ ਵਿੱਚ ਜੀਣਾ ਚਾਹੀਦਾ ਹੈ। ਜੋ ਅੱਜ ਹੋ ਰਿਹਾ ਉਸ ਦਾ ਸ਼ੁਕਰ ਮਨਾਈਏ। ਜੋ ਕੱਲ ਸਾਡੇ ਨਾਲ ਹੋ ਗਿਆ ਹੈ, ਜਿਸ ਦੇ ਕਾਰਨ ਅਸੀਂ ਦੁਖੀ ਹੋਏ ਹਾਂ, ਉਹਨੂੰ ਯਾਦ ਕਰਕੇ ਜਾਂ ਕਿਸੇ ਨੂੰ ਨਫ਼ਰਤ ਕਰਕੇ ਆਪਣੇ ਅਨਮੋਲ ਜਿਹੇ ਜੀਵਨ ਨੂੰ ਕਦੇ ਵੀ ਖਰਾਬ ਨਾ ਕਰ। ਜਿਹੜਾ ਕਰਮ ਅਸੀਂ ਕਰਦੇ ਹਾਂ ਤੇ ਅਸੀਂ ਸੋਚਦੇ ਵੀ ਨਹੀਂ ਹਾਂ ਕਿ ਇਹਦਾ ਫਲ ਸਾਨੂੰ ਅੱਗੇ ਜਾ ਕੇ ਮਿਲੇਗਾ, ਅਤੇ ਜਦੋਂ ਸਾਨੂੰ ਫਲ ਮਿਲਦਾ ਹੈ ਤਾਂ ਅਸੀਂ ਬੇਚੈਨ ਉੱਠਦੇ ਹਾਂ, ਦੁਖੀ ਹੁੰਦੇ ਹਾਂ ਤੇ ਕਿਸੇ ਨੂੰ ਉਸ ਦੇ ਲਈ ਕੋਸਦੇ ਹਾਂ ਕਿ ਤੇਰੇ ਕਰਕੇ ਮੈਂ ਦੁਖੀ ਹਾਂ। ਇਸ ਲਈ ਅਸੀਂ ਕਿਸੇ ਦੇ ਕਰਕੇ ਦੁਖੀ ਨਹੀਂ, ਉਸ ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੈ। ਜੋ ਕੁਝ ਵੀ ਹੋ ਰਿਹਾ ਹੈ ਉਹਨੂੰ ਗੁਰੂ ਦਾ ਭਾਣਾ ਮੰਨ ਕੇ ਮੰਨੀਏ, ਉਸ ਦੀ ਰਜ਼ਾ ਵਿੱਚ ਰਹੀਏ ਤੇ ਉਸ ਪਰਮਾਤਮਾ ਦਾ ਸ਼ੁਕਰ ਕਰੀਏ। ਸਾਡੇ ਦੁੱਖਾਂ ਨੂੰ ਸਿਰਫ ਉਹੀ ਕੱਟ ਸਕਦਾ ਹੈ। ਕਿਸੇ ਨਾਲ ਨਫ਼ਰਤ ਕਰਕੇ, ਕਿਸੇ ਦੇ ਕਾਰਨ ਦੁਖੀ ਹੋ ਕੇ ਜਾਂ ਆਪਣਾ ਪਰੇਸ਼ਾਨ ਹੋ ਕੇ ਅਸੀਂ ਆਪਣੇ ਆਪ ਨੂੰ ਹੀ ਦੁੱਖ ਦੇ ਰਹੇ ਹਾਂ। ਇਹ ਵੀ ਇੱਕ ਕਰਮ ਹੈ ਜਿਸ ਦੇ ਨਾਲ ਅਸੀਂ ਆਪਣੇ ਦੁੱਖਾਂ ਨੂੰ ਵਧਾ ਰਹੇ ਹਾਂ। ਇਸ ਲਈ ਕਦੇ ਵੀ ਕਿਸੇ ਨਾਲ ਨਫ਼ਰਤ ਨਾ ਕਰੀਏ, ਕਦੇ ਵੀ ਦੁਖੀ ਨਾ ਹੋਈਏ, ਪਰੇਸ਼ਾਨ ਨਾ ਹੋਈਏ। ਇਹਦੇ ਨਾਲ ਸਾਡੀ ਹੀ ਸਿਹਤ ਤੇ ਬਹੁਤ ਅਸਰ ਹੁੰਦਾ ਹੈ। ਇਸ ਲਈ ਖੁਸ਼ ਰਹੀਏ, ਖੁਸ਼ ਰੱਖੀਏ, ਪਿਆਰ ਵੰਡੀਏ। ਸਟੋਰੀ ਚੰਗੀ ਲੱਗੀ ਹੈ ਤਾਂ ਇਹਨੂੰ ਉਹਨਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਦਾ ਤੁਸੀਂ ਭਲਾ ਕਰਨਾ ਚਾਹੁੰਦੇ ਹੋ, ਅਤੇ ਜਲਦੀ ਹੀ ਮਿਲਦੇ ਹਾਂ ਇੱਕ ਨਵੀਂ ਸਟੋਰੀ ਦੇ ਨਾਲ। ਸੁਣਨ ਲਈ ਧੰਨਵਾਦ।